हर सो हीरा छाड़ के करे आन की आस। ते नर दोजक जाहेगे सत पाखै रविदास। ते नर दोजक जाहेगे सत पाखै रविदास। आए प्रभ शरणागति कृपा निध दयाल। एक अखर हर मन बसत नानक होत निहाल। गुरु रूप गुरु प्यारी संगत जी, बहुत ही प्यारे साहिब जी शब्द गुरु जिन्हां दी संगत करन दा सानू ਇਹ ਅਨਮੋਲ ਸਮਾਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਹਨ। ਇਹ ਗੁਰੂ ਨਾਨਕ ਸਾਹਿਬ ਜੀ ਦਾ ਤਰਸ ਹੈ ਸਾਡੇ ਉੱਪਰ ਕਿ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰੀਏ। ਆਰੰਭ ਕਰਨ ਤੋਂ ਪ੍ਰਥਮ ਪਿਆਰ ਦੇ ਨਾਲ ਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਨੂੰ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਬਚਨ ਹੈ, ਇਹ ਬਚਨ ਇਹ ਸ਼੍ਰੀ ਮੁਖ ਵਾਕ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ 683 ਅੰਗ ਤੇ ਨੀਚੇ ਵਾਲੇ ਪਾਸੇ ਤੋਂ ਆਰੰਭ ਹੋ ਕੇ 684 ਅੰਗ ਤੇ ਉੱਪਰ ਤੱਕ ਹੈ। ਸੰਪੂਰਨ ਸ਼ਬਦ ਰਾਗ ਧਨਾਸਰੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਇੱਥੇ ਉਹ ਧਰਤੀ ਨੂੰ ਬਣਾਉਣ ਵਾਲੇ ਅਕਾਲ ਪੁਰਖ ਨੂੰ ਵੰਦਨਾ ਕਰਨ ਲਈ ਆਖਿਆ ਹੈ। ਵੱਡੇ ਭਾਗਾਂ ਦੇ ਨਾਲ ਗੁਰੂ ਦੀ ਪ੍ਰਾਪਤੀ ਹੁੰਦੀ ਆ, ਕਰੋੜਾਂ ਅਪਰਾਧ ਬੰਦੇ ਦੇ ਮਿਟਦੇ ਆ। ਮਨ ਉਹਦੇ ਨਾਲ ਜਾ ਕੇ ਪਤੀਜ ਜਾਂਦਾ, ਮੰਨ ਜਾਂਦਾ। ਸੋਗ ਦੀ ਅਗਨੀ ਬੰਦੇ ਨੂੰ ਛੂੰਹਦੀ ਨਹੀਂ। ਸਾਧੂਆਂ ਦੇ ਸੰਗ ਹੋ ਕੇ ਸਾਗਰ ਤਰਿਆ ਜਾਂਦਾ ਹੈ। ਨਾਮ ਜਪ ਕੇ ਇਨਸਾਨ ਨਿਰਭਉ ਹੋ ਜਾਂਦਾ। ਪਰਾਈਆਂ ਚੀਜ਼ਾਂ, ਓਪਰੀਆਂ ਚੀਜ਼ਾਂ, ਕਿਸੇ ਦੀ ਕੀਤੀ ਤਰੱਕੀ ਬੰਦੇ ਨੂੰ ਦੁੱਖ ਨਹੀਂ ਦਿੰਦੀ। ਈਰਖਾ ਖਤਮ ਹੁੰਦੀ ਆ। ਜਮ ਜੰਦਾਰ ਨੇੜੇ ਨਹੀਂ ਆਉਂਦੇ। ਤ੍ਰਿਸ਼ਨਾ ਦੀ ਅਗਨ ਬੁਝਦੀ ਆ ਜਦੋਂ ਗੁਰੂ ਸਾਹਿਬ ਕਿਰਪਾ ਕਰ ਦਿੰਦੇ ਆ ਜਾਂ ਅਸੀਂ ਸੰਗਤ ਕਰਦੇ ਹਾਂ। ਸੋ ਆਓ ਆਪਾਂ ਇਹਨੂੰ ਸਮਝੀਏ ਇਸ ਵਾਕ ਨੂੰ। ਧਨਾਸਰੀ ਮਹੱਲਾ ਪੰਜਵਾ। ਘਰ ਬਾਰਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਧਨਾਸਰੀ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ 12ਵੇਂ ਘਰ ਵਿੱਚ ਸ਼ਬਦ ਨੂੰ ਗਾਉਣ ਲਈ ਕਹਿ ਰਹੇ ਨੇ। ਹੁਕਮਨਾਮੇ ਦੀ ਆਰੰਭਤਾ ਤੋਂ ਪਹਿਲਾਂ ਇੱਕ ਓੰਕਾਰ, ਇੱਕ ਉਹੀ ਤਾਂ ਹੈ ਜੋ ਸਭ ਕੁਝ ਕਰ ਰਿਹਾ, ਕਰਵਾ ਰਿਹਾ।
ਉਹੀ ਆ, ਉਹ ਹੀ ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੇ ਪ੍ਰਸਾਦ ਦੁਆਰਾ ਉਹਦੇ ਸਰੂਪ ਦੀ, ਉਹਦੇ ਗੁਣਾਂ ਦੀ ਪ੍ਰਾਪਤੀ ਹੁੰਦੀ ਆ। ਸੱਚੇ ਗੁਰੂ ਦੇ ਪ੍ਰਸਾਦ ਦੁਆਰਾ ਇਨਸਾਨ ਵਿੱਚ ਗੁਣ ਆਉਂਦੇ ਆ, ਕਮੀਆਂ ਦੂਰ ਹੁੰਦੀਆਂ ਨੇ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਸਭ ਤੋਂ ਪਹਿਲਾਂ ਤਾਂ ਝੁਕ ਕੇ ਆਪਣੇ ਗੁਰੂ ਨੂੰ ਡੰਡੌਤ ਕਰੋ, ਬੰਦਨਾ ਕਰੋ, ਰੱਬ ਜੀ ਨੂੰ ਬੰਦਨਾ ਕਰੋ ਤੇ ਉਹਦੇ ਹੀ ਗੁਣ ਗਾਉਣੇ ਕਰੋ। ਹੁਣ ਦੁਨੀਆ ਦੇ ਵਿੱਚ ਬਹੁਤ ਰੂਹਾਂ ਆਉਂਦੀਆਂ, ਸਰੀਰ ਆਉਂਦੇ ਆ, ਜਨਮ ਲੈਂਦੇ ਆ, ਬਹੁਤ ਰੂਹਾਂ ਹੁੰਦੀਆਂ, ਆਉਂਦੀਆਂ ਚਲੀਆਂ ਜਾਂਦੀਆਂ। ਇਸ ਕਰਕੇ ਕਬੀਰ ਸਾਹਿਬ ਜੀ ਇਹਨੂੰ ਬਹੁਤ ਸੋਹਣਾ ਕਹਿੰਦੇ ਆ। ਕਹਿੰਦੇ ਕੋਈ ਕੋਈ ਹੁੰਦਾ ਇਨਸਾਨ, ਕੋ ਹੈ ਲੜਕਾ ਵੇਚਈ, ਲੜਕੀ ਵੇਚੈ ਕੋਏ। ਸਾਂਝਾ ਕਰੇ ਕਬੀਰ ਸਿਉ, ਹਰ ਸੰਗ ਵਣਜ ਕਰੇ। ਇਨਸਾਨ ਦੇ ਕੋਲ ਕੁਝ ਪੁੱਤਰ ਨੇ, ਅੰਦਰ ਦੀ ਦੁਨੀਆ ਦੀ ਗੱਲ ਆ, ਕੁਝ ਧੀਆਂ ਨੇ। ਇਹਨਾਂ ਨੂੰ ਵੇਚ ਕੇ, ਇਹਨਾਂ ਨੂੰ ਖਤਮ ਕਰਕੇ ਹੀ ਰੱਬ ਦੇ ਰਾਹ ਤੇ ਟੁਰਿਆ ਜਾ ਸਕਦਾ। ਅਸਲ ਵਿੱਚ ਜਿਵੇਂ ਕਿ ਇਹ ਕੀ ਕਹਿ ਰਹੇ ਆ, ਕੋ ਹੈ ਲੜਕਾ ਵੇਚਈ। ਕੋਈ ਕੋਈ ਆ ਜਿਹੜਾ ਆਪਦੇ ਪੁੱਤਾਂ ਨੂੰ ਵੇਚਦਾ, ਕੋਈ ਕੋਈ ਆ ਜਿਹੜਾ ਆਪਣੀਆਂ ਧੀਆਂ ਨੂੰ ਵੇਚਦਾ। ਫਿਰ ਉਹ ਕਬੀਰ ਦੇ ਨਾਲ ਰਲ ਕੇ, ਉਹਦੇ ਸੰਗ ਹੋ ਕੇ ਨਾਮ ਦਾ ਵਪਾਰੀ ਬਣਦਾ। ਇੱਥੇ ਜਿਹੜੇ ਪੁੱਤਰ ਤੇ ਧੀਆਂ ਹਨ, ਗੱਲ ਕੀਤੀ ਆ ਭਗਤ ਜੀ ਨੇ, ਕਬੀਰ ਜੀ ਨੇ, ਉਹਦੇ ਬਾਰੇ ਆਪਾਂ ਸਮਝਣਾ ਹੈ ਕਿ ਉਹ ਕੀ ਕਹਿ ਰਹੇ ਆ। ਕੋ ਹੈ ਲੜਕਾ ਵੇਚਈ, ਕੋਈ ਕੋਈ ਆ ਜਿਹੜਾ ਆਪਦੇ ਬੱਚਿਆਂ ਨੂੰ, ਪੁੱਤਰਾਂ ਨੂੰ ਵੇਚਦਾ। ਦਰਅਸਲ ਉਹ ਇਹ ਕਹਿ ਰਹੇ ਆ ਕਿ ਕੋਈ ਕੋਈ ਆ ਜਿਹਨੇ ਆਪਦੇ ਪੁੱਤਾਂ ਵਾਂਗ ਪਾਲੇ ਹੋਏ ਵਿਕਾਰ ਜਿਹੜੇ ਆ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਪੰਜੇ ਪੁੱਤਰ ਜਿਹੜੇ ਕਿ ਇਨਸਾਨ ਨੂੰ ਪਿਆਰੇ ਹੁੰਦੇ ਆ। ਤੇ ਦੋ ਧੀਆਂ, ਦੋ ਪੁੱਤਰੀਆਂ, ਆਸਾ ਤੇ ਤ੍ਰਿਸ਼ਨਾ। ਆਸਾ ਤੇ ਤ੍ਰਿਸ਼ਨਾ ਦੋ ਧੀਆਂ ਬੰਦੇ ਦੀਆਂ, ਪੁੱਤਰੀਆਂ ਹਰ ਬੰਦੇ ਦੀਆਂ। ਪੰਜ ਪੁੱਤ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਨ੍ਹਾਂ ਨੂੰ ਬਹੁਤ ਖੁਰਾਕ ਦੇ ਕੇ ਵਿਕਾਰਾਂ ਦੀ, ਤੇ ਬੰਦੇ ਨੇ ਇਹਨਾਂ ਨੂੰ ਸਾਂਭ ਰੱਖਿਆ ਆਪਦੇ ਅੰਦਰ, ਪਾਲੇ ਆਏ, ਵੱਡੇ ਹੋ ਗਏ। ਹੁਣ ਭਗਤ ਕਬੀਰ ਜੀ ਕਹਿ ਰਹੇ ਆ, ਕੋ ਹੈ ਲੜਕਾ ਵੇਚਈ। ਹੈ ਕੋਈ ਦੁਨੀਆ ਤੇ ਜਿਹੜਾ ਆਪਦੇ ਪੁੱਤਾਂ ਵਾਂਗ ਪਾਲੇ ਹੋਏ ਪੁੱਤਰ ਪੰਜੇ ਵਿਕਾਰ ਵੇਚ ਦਵੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਵੇਚ ਦਵੇ। ਹੈ ਕੋਈ? ਤੇ ਆਪਦੀਆਂ ਦੋ ਧੀਆਂ ਆਸਾ, ਤ੍ਰਿਸ਼ਨਾ, ਇਹਨਾਂ ਨੂੰ ਵੇਚ ਦਵੇ। ਲੜਕੀ ਵੇਚੈ ਕੋਏ, ਕੋਈ ਕੋਈ ਆ, ਕੋ ਹੈ ਲੜਕਾ ਵੇਚਈ, ਜਿਹੜਾ ਪੰਜ ਪੁੱਤਾਂ ਨੂੰ ਤੇ ਆਪਦੀਆਂ ਧੀਆਂ ਨੂੰ ਵੇਚਦਾ, ਆਸਾ ਤੇ ਤ੍ਰਿਸ਼ਨਾ ਨੂੰ। ਸਾਂਝਾ ਕਰੇ ਕਬੀਰ ਸਿਉ, ਫਿਰ ਕਬੀਰ ਦੇ ਨਾਲ ਰਲ ਕੇ ਕੋਈ ਹੈ ਸਾਂਝ ਪਾ ਲਵੇ ਮੇਰੇ ਨਾਲ, ਕਬੀਰ ਦੇ ਨਾਲ, ਤੇ ਹਰ ਸੰਗ ਵਣਜ ਕਰੇ, ਤੇ ਮੇਰੇ ਨਾਲ ਇਹ ਚੀਜ਼ਾਂ ਵੇਚ ਕੇ ਬਾਅਦ ਵਿੱਚ ਨਾਮ ਦਾ ਵਪਾਰੀ ਬਣੇ। ਕੋਈ ਹੈ ਇੱਦਾਂ ਦਾ? ਤਾਂ ਇਹ ਇੱਦਾਂ ਲੱਗ ਰਿਹਾ ਕਬੀਰ ਸਾਹਿਬ ਜੀ ਦਾ ਸ਼ਬਦ, ਸ਼ਲੋਕ ਉਹਨਾਂ ਦਾ, ਕਿ ਹੋਕਾ ਦੇ ਰਹੇ ਆ, ਜਿਵੇਂ ਫੇਰੀ ਵਾਲੇ ਨਹੀਂ ਹੋਕਾ ਦਿੰਦੇ, ਇੱਦਾਂ ਕਹਿ ਰਹੇ ਆ। ਕੋ ਹੈ ਲੜਕਾ ਵੇਚਈ, ਕੋਈ ਹੈ ਜਿਹੜਾ ਆਪਦਾ ਪੁੱਤਰ ਵੇਚਣਾ ਚਾਹੁੰਦਾ ਜਾਂ ਧੀ। ਲੜਕੀ ਵੇਚੈ ਕੋਏ, ਸਾਂਝਾ ਕਰੇ ਕਬੀਰ ਸਿਉ, ਮੇਰੇ ਕੋਲ ਆ ਕੇ ਮੇਰੇ ਨਾਲ ਵਪਾਰ
ਸੌਦਾ ਕਰੇ ਨਾਮ ਦਾ। ਪਰ ਉਦੋਂ ਪਹਿਲਾਂ ਉਹਨੂੰ ਆਪਦਾ ਜਿਹੜੇ ਪੁੱਤਰ ਨੇ, ਵਿਕਾਰ ਜਿਹਨੂੰ ਆਖਿਆ ਜਾਂਦਾ, ਧੀਆਂ, ਆਸਾ ਤੇ ਤ੍ਰਿਸ਼ਨਾ, ਇਹਨਾਂ ਨੂੰ ਵੇਚਣਾ ਪਵੇਗਾ। ਉਦੋਂ ਬਾਅਦ ਮੇਰੇ ਨਾਲ ਕੋਈ ਵਪਾਰੀ, ਉਹਦੇ ਵਿੱਚ ਪਾਰਟਨਰਸ਼ਿਪ ਹੋ ਸਕਦੀ ਹੈ, ਭਾਵ ਕਿ ਇਦੋਂ ਬਿਨਾਂ ਨਹੀਂ। ਪਹਿਲੀ ਸ਼ਰਤ ਇਹਨਾਂ ਨੂੰ ਵੇਚਣਾ ਪਵੇਗਾ। ਤਾਂ ਉਹ ਕਹਿ ਰਹੇ ਆ ਇਹ ਕੋਈ ਵੇਚਣ ਨੂੰ ਤਿਆਰ ਨਹੀਂ, ਇਹਨਾਂ ਨੂੰ ਕੋਈ ਵੇਚਣ ਨੂੰ ਤਿਆਰ ਨਹੀਂ। ਜਦੋਂ ਤੱਕ ਕੋਈ ਵੇਚਦਾ ਨਹੀਂ ਉਦੋਂ ਤੱਕ ਕੋਈ ਵਪਾਰੀ ਨਹੀਂ ਬਣਦਾ ਨਾਮ ਦਾ। ਵਪਾਰ ਦੇ ਵਿੱਚ ਕੁਝ ਇਨਵੈਸਟ ਕਰਨਾ ਪੈਂਦਾ ਹੁੰਦਾ, ਪੈਸੇ ਲਾਉਣੇ ਪੈਂਦੇ ਆ, ਕੁਝ ਚੀਜ਼ਾਂ ਖਰੀਦਣੀਆਂ ਪੈਂਦੀਆਂ, ਜਾਂ ਵੈਸੇ ਸ਼ੇਅਰ ਖਰੀਦਣੇ ਹੋਣ ਪੈਸੇ ਲਾਉਣੇ ਪੈਂਦੇ ਆ। ਇੱਦਾਂ ਹੀ ਨਾਮ ਦੇ ਵਪਾਰ ਦੀ ਪਹਿਲੀ ਸ਼ਰਤ ਇਹ ਆ ਕਿ ਤੁਹਾਨੂੰ ਆਪਦੇ ਪੁੱਤਰ, ਵਿਕਾਰਾਂ ਨੂੰ ਜਿਵੇਂ ਤੁਸੀਂ ਪਾਲਿਆ ਪੁੱਤਾਂ ਵਾਂਗ, ਤੇ ਆਸਾ ਤ੍ਰਿਸ਼ਨਾ, ਇਹਨਾਂ ਨੂੰ ਵੇਚਣਾ ਪੈਂਦਾ, ਜਿਹੜਾ ਬਹੁਤ ਔਖਾ ਬੰਦੇ ਨੂੰ ਲੱਗਦਾ। ਹੁਣ ਕਈਆਂ ਨੇ ਆਪਦੇ ਅੰਦਰ ਲਾਲਚ ਨੂੰ ਇਤਨਾ ਵੱਡਾ ਕਰ ਲਿਆ, ਜਿਵੇਂ ਮਾਂ ਆਪਦੇ ਪੁੱਤ ਨੂੰ ਵੱਡਾ ਕਰਦੀ ਹੈ, ਲੋਭ ਨੂੰ। ਤਾਂ ਹੀ ਕਿਹਾ ਜਾਂਦਾ ਲੋਭੀ ਬੰਦੇ ਦੀ ਜਿਹੜੀ ਅੱਖ ਆ, ਲੋਭ ਵਾਲੀ, ਲਾਲਚ ਵਾਲੀ, ਉਹਦੇ ਢਿੱਡ ਤੋਂ ਵੀ ਵੱਡੀ ਹੁੰਦੀ ਹੈ। ਸੋਨੇ ਦੇ ਸਿੱਕੇ ਵੀ ਉਹਨੂੰ ਸ਼ਾਂਤ ਨਹੀਂ ਕਰ ਸਕਦੇ, ਜੇ ਉਹਨਾਂ ਦਾ ਮੀਂਹ ਵੀ ਪੈ ਜੇ ਸੋਨੇ ਦੇ ਸਿੱਕਿਆਂ ਦਾ। ਬੰਦੇ ਨੇ ਲਾਲਚ ਨੂੰ ਆਪਦੇ ਅੰਦਰ ਵੱਡਾ ਕੀਤਾ, ਪੁੱਤਾਂ ਵਾਂਗ ਪਾਲਿਆ ਹੋਇਆ, ਤਾਂ ਉਹ ਕਿਵੇਂ ਉਹਨੂੰ ਵੇਚ ਦੂਗਾ? ਨਹੀਂ ਵੇਚ ਸਕਦਾ। ਬਹੁਤ ਡੂੰਘਾ ਸ਼ਬਦ ਆ ਭਗਤ ਜੀ ਦਾ ਇਹ। ਕਈਆਂ ਨੇ ਵਾਸ਼ਨਾ ਨੂੰ ਬਹੁਤ ਪਾਲਿਆ ਆਪਦੇ ਅੰਦਰ, ਕਾਮ ਨੂੰ, ਕਾਮਨਾਵਾਂ ਨੂੰ, ਇਛਾਵਾਂ ਨੂੰ। ਰੋਜ਼ ਹੀ ਬੰਦਾ ਇਹਨੂੰ ਪਾਣੀ ਪਾਉਂਦਾ, ਤੇ ਆਸਾ ਦਾ ਪਾਣੀ ਪਾਉਂਦਾ। ਅੱਜ ਪੂਰੀ ਹੋ, ਕੱਲ੍ਹ ਪੂਰੀ ਹੋ, ਉਹ ਵੀ ਅੰਦਰ ਹੀ ਆ। ਉਹ ਪੁੱਤ ਵੀ ਬਹੁਤ ਵੱਡਾ ਹੋ ਗਿਆ। ਕਈਆਂ ਨੇ ਆਪਦੇ ਗੁੱਸੇ ਨੂੰ ਬਹੁਤ ਵੱਡਾ ਕੀਤਾ, ਪੁੱਤਾਂ ਵਾਂਗ ਪਾਲਿਆ। ਹੁਣ ਉਹਨਾਂ ਦੇ ਮੱਥੇ ਦੀਆਂ ਤਿਉੜੀਆਂ ਦੱਸਦੀਆਂ ਇਹਨਾਂ ਦਾ ਪੁੱਤ ਵੱਡਾ ਹੋ ਚੁੱਕਾ, ਕ੍ਰੋਧ। ਕਈਆਂ ਨੇ ਆਪਦੇ ਹੰਕਾਰ ਨੂੰ ਖੂਬ ਪੱਠੇ ਪਾ ਕੇ ਹੁਣ ਬਹੁਤ ਵੱਡਾ ਕੀਤਾ, ਆਪਦੀ ਹਉਮੈ ਨੂੰ। ਜਿਵੇਂ ਮਾਂ ਪੁੱਤ ਨੂੰ ਪਾਲਦੀ ਆ, ਬਹੁਤ ਖੁਰਾਕ ਦੇ ਕੇ, ਇੱਦਾਂ ਹੀ ਵਿਕਾਰ ਵੱਡੇ ਹੋ ਚੁੱਕੇ ਆ ਹੁਣ ਬਹੁਤ। ਆਸਾ ਤੇ ਤ੍ਰਿਸ਼ਨਾ, ਆਸਾ ਵੀ ਵੱਡੀ ਹੋ ਚੁੱਕੀ ਆ, ਤ੍ਰਿਸ਼ਨਾ ਵੀ ਵੱਡੀ ਹੋ ਚੁੱਕੀ ਆ। ਹੁਣ ਇਹਨਾਂ ਨੂੰ ਜਦੋਂ ਵੱਡੇ ਹੀ ਹੋ ਗਏ, ਬੰਦਾ ਇਹਨਾਂ ਨੂੰ ਵੇਚਣ ਨੂੰ ਤਿਆਰ ਨਹੀਂ, ਛੱਡਣ ਨੂੰ ਤਿਆਰ ਨਹੀਂ। ਵੇਚਣ ਤੋਂ ਭਾਵ ਛੱਡਣਾ ਤਿਆਰ ਨਹੀਂ। ਉਹ ਕਿਉਂ? ਕਿਉਂਕਿ ਸਾਂਝ ਬਹੁਤ ਸਮੇਂ ਤੋਂ ਬਣ ਗਈ ਇਹਨਾਂ ਨਾਲ। ਮਾਂ ਆਪਦੇ ਪੁੱਤ ਨੂੰ ਛੱਡਣ ਨੂੰ ਕਦੇ ਤਿਆਰ ਨਹੀਂ ਹੁੰਦੀ। ਅਸੀਂ ਫਿਰ ਉਹ ਮਾਂ ਹਾਂ ਸਾਰੇ, ਜਿਨ੍ਹਾਂ ਨੇ ਵਿਕਾਰਾਂ ਨੂੰ ਪੁੱਤਾਂ ਵਾਂਗ ਪਾਲਿਆ, ਧੀਆਂ ਵਾਂਗ। ਅਸੀਂ ਕਿਵੇਂ ਛੱਡ ਦਾਂਗੇ ਇਹਨਾਂ ਨੂੰ? ਬਹੁਤ ਔਖਾ। ਕੋ ਹੈ ਲੜਕਾ ਵੇਚਈ, ਹੈ ਕੋਈ ਜਿਹੜਾ ਵਿਕਾਰਾਂ ਨੂੰ, ਆਪਦੇ ਪੁੱਤਰਾਂ ਨੂੰ ਵੇਚ ਦਵੇ, ਆਪਦੀਆਂ ਧੀਆਂ ਨੂੰ ਵੇਚ ਦਵੇ। ਲੜਕੀ ਵੇਚੈ ਕੋਈ, ਆਸਾ ਤੇ ਤ੍ਰਿਸ਼ਨਾ ਧੀਆਂ, ਇਹਨਾਂ ਦੇ ਨਾਂ ਹੈ ਕੋਈ? ਜੇ ਵੇਚੇ ਤੇ ਕਬੀਰ ਨਾ ਹੋ ਕੇ ਵਪਾਰ ਕਰ ਸਕਦਾ, ਨਹੀਂ ਫਿਰ ਕਬੀਰ ਇਕੱਲਾ ਹੀ ਜਾਊਗਾ। ਇੱਕ ਅਵਕਟ ਘਾਟੀ ਰਾਮ ਕੀ, ਤੇ ਚੜ ਰਹਿਓ ਕਬੀਰ। ਕਬੀਰ ਸਾਹਿਬ ਜੀ ਕਹਿੰਦੇ ਮੈਂ ਇਕੱਲਾ ਹੀ ਰਹਿ ਗਿਆ ਉੱਥੇ, ਅੱਗੇ ਕੋਈ ਨਹੀਂ ਵਪਾਰੀ, ਪਿੱਛੇ ਕੋਈ ਨਹੀਂ ਵਪਾਰੀ। ਵੱਡੇ ਭਾਗ ਭੇਟੇ ਗੁਰਦੇਵਾ, ਵੱਡੇ ਭਾਗਾਂ ਨਾਲ ਗੁਰੂ ਜੀ ਮਿਲਦੇ ਹੁੰਦੇ ਆ। ਸਿੱਖਾਂ ਦੇ ਘਰੇ ਜਨਮ ਹੁੰਦਾ ਵਾ। ਸਿੱਖਾਂ ਦੇ ਘਰੇ ਜਨਮ ਲੈ ਕੇ ਇਹਨੇ ਕੇਸ ਕਤਲ ਕਰਵਾਏ ਆ। ਇਹ ਨਾ ਕਹੋ ਉਹਦੇ ਸਿਰ 'ਤੇ ਕੇਸ ਨਹੀਂ, ਇਹ ਕਹੋ ਉਹਦੇ ਸਿਰ 'ਤੇ ਸਿਰ ਨਹੀਂ ਹੈਗਾ, ਉਹਦੇ ਕੋਲ ਸਿਰ ਹੀ ਹੈ ਨਹੀਂ। ਇਹ ਨਾ ਕਹੋ ਉਹਦੇ ਕੋਲ ਜਿਹੜੇ ਕੇਸ ਹੈ ਨਹੀਂ, ਇਹ ਕਹੋ ਉਹਦੇ ਕੋਲ ਸਿਰ ਹੀ ਹੈ ਨਹੀਂ ਗਾ। ਕੋਟ ਅਪਰਾਧ ਮਿਟੇ ਹਰ ਸੇਵਾ। ਸਿੱਖਾਂ ਦੇ ਘਰੇ ਜਨਮ ਹੋਣਾ, ਸ਼ਬਦ ਗੁਰੂ ਦਾ ਮਿਲਣਾ, ਗੁਰੂ ਦੀ ਕਿਰਪਾ ਤੇ ਅਸੀਸ ਸੀ। ਕਰੋੜਾਂ ਅਪਰਾਧ ਜਿਹੜੇ ਆ ਮਿਟ ਗਏ ਉਹਦੀ ਸੇਵਾ ਕਰਕੇ, ਨਾਮ ਜਪ ਕੇ। ਹੁਣ ਚਰਨ ਕਮਲ ਜਾ ਕਾ ਮਨ ਰਾਪੈ। ਹੁਣ ਚਰਨਾਂ ਕਮਲਾਂ ਦੇ ਨਾਲ ਮਨ ਰੰਗਿਆ ਗਿਆ,
ਸੋਗ ਅਗਨ ਤਿਸ ਜਨ ਨਾ ਵਿਆਪੈ। ਹੁਣ ਸੋਗ ਜਿਹਨੂੰ ਆਪਾਂ ਕਹਿੰਦੇ ਆ ਕਿ ਕਿਸੇ ਚੀਜ਼ ਦਾ ਪੂਰੀ ਨਾ ਹੋਈ ਤੇ ਢਹਿੰਦੀ ਕਲਾ 'ਚ ਮੈਂ ਚਲਿਆ ਗਿਆ। ਕੋਈ ਇੱਛਾ ਮੈਂ ਲਾਈ, ਪੂਰੀ ਨਹੀਂ ਹੋਈ, ਢਹਿੰਦੀ ਕਲਾ 'ਚ ਚਲਿਆ ਗਿਆ। ਹਰ ਸੁਪਨਾ ਬੰਦੇ ਦਾ ਪੂਰਾ ਹੁੰਦਾ ਹੀ ਨਹੀਂ ਹੈਗਾ। ਅਸਲ 'ਚ ਬਾਦਸ਼ਾਹ ਦੇ ਵੀ ਸਾਰੇ ਸੁਪਨੇ ਨਹੀਂ ਪੂਰੇ ਹੁੰਦੇ। ਕੋਈ ਬਾਦਸ਼ਾਹ, ਆਪਾਂ ਤਾਂ ਕੌਣ ਹੁੰਦੇ ਆ, ਬਾਦਸ਼ਾਹ ਵੀ ਅੱਧੀਆਂ ਖਾਹਿਸ਼ਾਂ ਉਹਦੀਆਂ ਰਹਿ ਜਾਂਦੀਆਂ, ਮਰ ਜਾਂਦੇ ਆ, ਚਲੇ ਜਾਂਦੇ ਆ। ਉਹ ਹਰ ਸੋ ਹੀਰਾ ਛਾੜ ਕੇ, ਭਗਤ ਜੀ ਦਾ, ਰਵਿਦਾਸ ਜੀ ਦਾ ਬਚਨ ਆ। ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ। ਰੱਬ ਤੋਂ ਆਸ ਛੱਡ ਕੇ ਹੋਰਾਂ ਚੀਜ਼ਾਂ ਵਿੱਚ ਸੁੱਖ ਲੱਭਣ ਦੀ ਆਸ। ਇਹੋ ਜਿਹੇ ਬੰਦੇ ਤੇ ਨਰ ਦੋਜਕ ਜਾਹੇ ਗਏ, ਸਤ ਭਾਖੈ ਰਵਿਦਾਸ। ਰਵਿਦਾਸ ਸੱਚ ਕਹਿੰਦਾ ਹੈ। ਸਤ ਭਾਖੈ ਦਾ ਮਤਲਬ ਸੱਚੀ ਬਿਆਨਬਾਜ਼ੀ ਕਰਦਾ। ਜੋ ਲੋਕ ਨਾਮ ਦੇ ਵਿੱਚੋਂ ਸੁੱਖ ਛੱਡ ਕੇ ਹੋਰਾਂ ਚੀਜ਼ਾਂ 'ਚੋਂ ਸੁੱਖ ਲੱਭਣ ਤੁਰਦੇ ਆ, ਆਸਾ ਰੱਖਦੇ ਆ ਹੋਰਾਂ 'ਤੇ, ਉਹ ਸੱਚੀ ਨਰਕਾਂ ਵਿੱਚ ਰਹਿ ਰਹੇ ਆ। ਕਿਉਂਕਿ ਉੱਥੇ ਸੁੱਖ ਉਹਨਾਂ ਨੂੰ ਮਿਲਣਾ ਨਹੀਂ ਹੈਗਾ। ਉੱਥੇ ਲੋੜਾਂ ਪੂਰੀਆਂ ਹੋ ਸਕਦੀਆਂ, ਲੋੜਾਂ ਪੂਰੀਆਂ ਹੋਣ ਤੋਂ ਬਾਅਦ ਵੀ ਖਾਲੀ ਪਿਆ ਬੰਦਾ। ਸਾਗਰ ਤਰਿਆ ਸਾਧੂ ਸੰਗੇ, ਚੰਗੇ ਬੰਦਿਆਂ ਦੇ ਸੰਗ ਹੋ ਕੇ ਸਾਗਰ ਸੰਸਾਰ ਤਰਿਆ ਜਾਂਦਾ। ਨਿਰਭਉ ਨਾਮ ਜਪੋ ਹਰ ਰੰਗੇ, ਨਾਮ ਦੇ ਨਾਲ ਪ੍ਰੀਤ ਬਣਦੀ ਆ। ਨਿਰਭਉ ਨਾਮ ਜਿਹੜਾ ਹੈ, ਵਾਹਿਗੁਰੂ ਨਿਰਭਉ ਆ, ਉਹਨੂੰ ਜਪ ਕੇ ਬੰਦਾ ਨਿਰਭਉ ਹੁੰਦਾ, ਨਿਰਵੈਰ ਹੁੰਦਾ, ਵੈਰ ਮੁੱਕਦਾ ਬੰਦੇ ਦਾ, ਈਰਖਾ ਖਤਮ ਹੁੰਦੀ ਆ ਨਾਮ ਨੂੰ ਜਪਣ ਨਾਲ। ਪਰ ਧਨ ਦੋਖ ਕਿਛ ਪਾਪ ਨਾ ਫੇੜੇ। ਫਿਰ ਮੇਰੇ ਨਾਲ, ਮੇਰੇ ਗੁਆਂਢ ਵਿੱਚ ਭਾਵੇਂ ਬਹੁਤ ਸੋਹਣੀ ਕੋਠੀ ਆ, ਮੈਨੂੰ ਕੋਈ ਫਰਕ ਨਹੀਂ ਉਹਦੇ ਨਾਲ। ਉਹਦੇ ਕਰਮ, ਮੇਰੇ ਕਰਮ। ਰੱਬ ਨੇ ਉਹਨੂੰ ਵੱਧ ਦਿੱਤਾ ਕਿਉਂਕਿ ਉਹਨੇ ਵੱਧ ਜ਼ਿੰਦਗੀ ਨੂੰ ਦਿੱਤਾ ਹੋਊਗਾ। ਜ਼ਿੰਦਗੀ ਨੇ ਉਹਨੂੰ ਵੱਧ ਮੋੜਿਆ। ਮੈਥੋਂ ਨਹੀਂ ਦਿੱਤਾ ਗਿਆ ਜ਼ਿੰਦਗੀ ਨੂੰ, ਦਿੱਤਾ ਲਈਏ ਆਪਣਾ। ਇਹ ਮੇਰੇ ਹੀ ਦੋਸ਼ ਆ, ਮੇਰੀਆਂ ਹੀ ਕਮੀਆਂ ਹੋਣਗੀਆਂ ਕੋਈ। ਉਹਨੇ ਵੱਧ ਮਿਹਨਤ ਕੀਤੀ, ਉਹਦੀ ਵੱਡੀ ਹੋ ਗਈ। ਹੁਣ ਇਹ ਚੀਜ਼ਾਂ ਮੈਨੂੰ ਪਰੇਸ਼ਾਨ ਨਹੀਂ ਕਰਦੀਆਂ। ਪਰ ਧਨ ਪਰਾਇਆ ਧਨ, ਦੋਖ ਕਿਛ ਪਾਪ ਨਾ ਫੇੜੇ। ਹੁਣ ਮੇਰਾ ਧਿਆਨ ਨਹੀਂ ਜਾਂਦਾ ਉਹਨਾਂ ਵੱਲ। ਕਿਹਾ ਜਾਂਦਾ ਇਹ ਕਿ ਲਾਲਚ ਜਿਹੜਾ ਹੈ, ਆਪਾਂ ਪਹਿਲਾਂ ਕਿਹਾ, ਲੋਭੀ ਬੰਦੇ ਦੀ ਜਿਹੜੀ ਅੱਖ ਆ ਉਹਦੇ ਢਿੱਡ ਨੂੰ ਵੀ ਵੱਡੀ ਹੁੰਦੀ ਆ, ਬਹੁਤ ਜ਼ਿਆਦਾ। ਜੇ ਤੁਹਾਡੇ ਕੋਲ 1 ਲੱਖ ਰੁਪਈਆ ਤੁਹਾਨੂੰ ਥੋੜ੍ਹਾ ਲੱਗੂਗਾ, ਮੰਨ ਲਓ ਉਦਾਹਰਨ। ਜੇ ਤੁਹਾਡੇ ਗੁਆਂਢੀ ਕੋਲ ਬਿਲਕੁਲ 1 ਲੱਖ ਰੁਪਈਆ ਉਵੇਂ ਹੀ ਆ, ਤੁਹਾਨੂੰ ਲੱਗੂ ਉਹਦੇ ਕੋਲ ਬਾਹਲੇ ਪੈਸੇ। ਜੇ ਓਨੇ ਵਿਗੇ 'ਚ ਹੀ ਤੁਹਾਡਾ ਮਕਾਨ ਬਣਿਆ ਜਾਂ ਓਨੀ ਜ਼ਮੀਨ ਤੁਹਾਡੇ ਕੋਲ ਆ, ਓਨੀ ਤੁਹਾਡੇ ਗੁਆਂਢ ਵਿੱਚ ਕਿਸੇ ਕੋਲ ਆ, ਉਹਦੇ ਕੋਲ ਤੁਹਾਨੂੰ ਵੱਧ ਲੱਗੂਗੀ, ਤੁਹਾਡੇ ਕੋਲ ਤੁਹਾਨੂੰ ਛੋਟੀ ਲੱਗੂ। ਇਹ ਸਾਰੀਆਂ ਚੀਜ਼ਾਂ ਉਹ ਵਿਕਾਰਾਂ ਕਰਕੇ ਆ। ਬੰਦੇ ਨੂੰ ਇੰਨਾ ਉਹਨਾਂ ਚੀਜ਼ਾਂ ਨੇ ਜਕੜ ਲਿਆ। ਪਰ ਜਦੋਂ ਬੰਦਾ ਬਾਣੀ ਪੜ੍ਹਨ ਲੱਗ ਗਿਆ, ਫਿਰ ਉਹ ਭਾਵੇਂ ਕੁੱਲੀ 'ਚ ਰਹਿ ਰਿਹਾ, ਪਾਸੇ ਜੋ ਮਰਜ਼ੀ ਹੋਈ ਜਾਵੇ, ਉਹਨੂੰ ਕਿਸੇ ਬੇਗਾਨੇ ਬੰਦੇ ਦੇ ਪੈਸੇ ਵੇਖ ਕੇ ਈਰਖਾ ਨਹੀਂ ਆਉਂਦੀ ਹੈਗੀ। ਵਧੀਆ ਜੀਵਨ ਉਹਦਾ ਬਣਦਾ। ਜਮ ਜੰਦਾਰ ਨਾ ਆਵੇ ਨੇੜੇ, ਇਹ ਚੀਜ਼ਾਂ ਉਹਦੇ ਨੇੜੇ ਨਹੀਂ ਆਉਂਦੀਆਂ। ਜਨਮ ਤੇ ਮਰਨ ਵੀ ਖਤਮ ਆ ਬਸ ਉਹਦਾ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਅਸਲ ਵਿੱਚ ਜੇ ਤ੍ਰਿਸ਼ਨਾ ਬੁਝੀ ਆ ਮੇਰੀ, ਜਿਹੜੀ ਅੱਗ ਬਲਦੀ ਸੀ ਮੇਰੇ ਅੰਦਰ, ਦੂਜਿਆਂ ਨੂੰ ਵੇਖ ਕੇ ਮੈਂ ਕਹਿੰਦਾ ਸੀ ਇਹਦੀ ਕਿਸਮਤ ਚੰਗੀ ਆ, ਮੇਰੀ ਕਿਸਮਤ ਮਾੜੀ ਹੈ, ਮੈਨੂੰ ਘਾਟਾ ਪੈ ਜਾਂਦਾ, ਇਹਨੂੰ ਨਫਾ ਹੋ ਜਾਂਦਾ, ਮੇਰਾ ਰੱਬ ਨੁਕਸਾਨ ਕਰ ਦਿੰਦਾ। ਖੇਤੀ ਵਿੱਚ ਓਨੀਆਂ ਬੋਰੀਆਂ ਜਿਹੜੀਆਂ ਨਿਕਲਦੀਆਂ ਨਹੀਂ, ਜਾਂ ਬਹੁਤ ਚੀਜ਼ਾਂ ਬੰਦਾ ਸੋਚੀ ਜਾਂਦਾ। ਜਦੋਂ ਬੰਦੇ ਨੇ ਨਾਮ ਹੀ ਨਹੀਂ ਜਪਣਾ, ਫਿਰ ਸੋਚੂਗਾ ਹੀ ਕੁਝ ਨਾ ਕੁਝ। ਜੋ ਵੀ, ਇਹ ਤਾਂ ਮੈਂ ਐਗਜ਼ਾਮਪਲ ਦੇ ਰਹੇ ਆਪਾਂ ਵੀ ਇਹ ਇੱਦਾਂ ਹੋ ਗਿਆ, ਉੱਦਾਂ ਹੋ ਗਿਆ। ਹੁਣ ਉਹ ਗੁਰੂ ਨੇ ਬੁਝਾਈ ਆ। ਇੱਥੇ ਜਿਹੜੀ ਉਹ ਚੀਜ਼ ਕਹਿ ਰਹੇ ਆ, ਜੇ ਮੈਂ ਕਹਿਦਾ ਕਿ ਗੁਰੂ ਨੇ ਨਹੀਂ, ਮੈਂ ਆਪਦੀ ਤ੍ਰਿਸ਼ਨਾ ਬੁਝਾਈ ਆ, ਫਿਰ ਹੰਕਾਰ ਆਉਂਦਾ। ਜੇ ਮੈਂ ਕਹਿਣਾ ਮੈਂ ਨਿਤਨੇਮ ਕਰ ਲਿਆ, ਹੰਕਾਰ ਆ ਗਿਆ। ਮੈਂ ਕੀਤਾ, ਮੈਂ ਕਥਾ ਕੀਤੀ, ਹੰਕਾਰ ਆ। ਉਹਨੇ ਕਰਵਾਲੀ, ਸਮਰਪਣ, ਇਬਾਦਤ ਬਣ ਜੂ। ਕਥਾ ਕੀਤੀ, ਮੈਂ ਕਥਾ ਸੁਣੀ ਨਹੀਂ, ਉਹਨੇ ਸੁਣਾ ਲਈ। ਮੈਂ ਕੀਰਤਨ ਕੀਤਾ ਨਹੀਂ, ਉਹਨੇ ਕਰਵਾ ਲਿਆ।
मैं खेती करदा नहीं, इन्नी ठेके ते लै गए, मेरे कोल समर्था नहीं, ਉਹਨੇ ਮੇਰੇ 'ਚ ਇਹ ਇੰਨਾ ਬਲ ਬਖਸ਼ਿਆ, ਬੁੱਧੀ ਬਖਸ਼ੀ ਆ ਮੈਨੂੰ, ਮੈਂ ਕਰ ਸਕਿਆ। ਸੱਚੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਆ, 52 ਬਚਨ ਜਿਹੜੇ ਆ ਮੈਨੂੰ ਬਹੁਤ ਸੋਹਣੇ ਲੱਗਦੇ ਆ, ਸਾਰਿਆਂ ਨੂੰ ਸੋਹਣੇ ਲੱਗਣੇ ਚਾਹੀਦੇ ਆ। ਉਹਦੇ ਵਿੱਚ ਇੱਕ ਬਚਨ ਆ, ਜੇ ਉਹਨੂੰ ਸੱਚੀ ਕਮਾਲੀਏ ਨਾ, ਬੰਦਾ ਕਦੇ ਹੰਕਾਰ ਨਾ ਕਰੇ। ਉਹ ਬਚਨ ਇਵੇਂ ਆ, 52 ਹੀ ਸੋਹਣੇ ਆ, ਪਰ ਉਹਨਾਂ 'ਚੋਂ ਇੱਕ ਬਚਨ ਆ, ਬਲ ਬੁੱਧੀ ਦਾ ਦਾਤਾ ਅਕਾਲ ਪੁਰਖ ਨੂੰ ਸਮਝਣਾ। ਹੇ ਮੇਰੇ ਸਿੱਖ ਜੀ, ਹੇ ਮੇਰੇ ਸਿੰਘ ਜੀ, ਬਲ ਬੁੱਧੀ ਦਾ ਦਾਤਾ ਆਪਦੇ ਗੁਰੂ ਨੂੰ ਸਮਝੀ, ਆਪਦੇ ਆਪ ਨੂੰ ਨਾ ਸਮਝੀ। ਮੇਰੇ ਕੋਲ ਇੰਨਾ ਦਿਮਾਗ ਆ, ਮੈਂ ਕੈਲਕੂਲੇਸ਼ਨ ਕਰ ਲੈਂਦਾ, ਮੇਰੇ ਕੋਲ ਇੰਨਾ ਦਿਮਾਗ ਆ, ਮੈਂ ਇੰਨੀਆਂ ਕਿਤਾਬਾਂ ਪੜ੍ਹ ਲੈਂਦਾ, ਮੈਨੂੰ ਯਾਦ ਰਹਿ ਜਾਂਦੀਆਂ ਚੀਜ਼ਾਂ। ਇਹ ਗੁਰੂ ਦੀ ਕਿਰਪਾ। ਮੈਂ ਇੰਨੀ ਪੈਲੀ ਕਰ ਸਕਦਾ, ਜਾਂ ਕੋਈ ਵੀ ਖੇਤੀ ਆਪਾਂ ਕਰ ਸਕਦੇ ਹਾਂ, ਮੈਨੂੰ ਵਧੀਆ ਨੌਲੇਜ ਆ ਇਹ ਖਿੱਤੇ ਵਿੱਚ, ਇਹ ਗੁਰੂ ਦੀ ਕਿਰਪਾ। ਮੇਰੀਆਂ ਬਾਹਾਂ 'ਚ ਜ਼ੋਰ ਆ, ਮੈਂ ਇਹ ਕਰ ਸਕਦਾ। ਬਲ ਜ਼ੋਰ ਅਤੇ ਬੁੱਧੀ ਦਾ ਦਾਤਾ ਰੱਬ ਨੂੰ ਸਮਝਣਾ, ਆਪਦੇ ਆਪ ਨੂੰ ਨਹੀਂ। ਇਹ ਸਾਰੀਆਂ ਚੀਜ਼ਾਂ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਣ ਆਈ। ਇੱਕ ਸੋਹਣੀ ਜੀ ਕਹਾਣੀ ਸੁਣੋ, ਗੋਰਿਆਂ ਦੀ ਕਿਤਾਬ ਆ, ਸਟੋਰੀਜ਼ ਫਰੋਮ ਹੇਅਰ ਐਂਡ ਦੇਅਰ, ਉਹ 'ਚ ਪੜ੍ਹੀ ਮੈਂ, ਬਹੁਤ ਸੋਹਣੀ ਲੱਗੀ। ਵਧੀਆ ਗੱਲਾਂ ਕਿਤੇ ਵੀ ਹੋਣ, ਸਾਡੀ ਮਰਿਆਦਾ ਕਹਿੰਦੀ ਉਹਨੂੰ ਸੰਗਤ ਵਿੱਚ ਰੱਖੋ। ਕੋਈ ਸੰਤ ਮਹਾਂਪੁਰਸ਼ ਦੀ ਗਾਥਾ ਹੋਵੇ। ਦੋ ਦੋਸਤ ਸੀਗੇ, ਦੋਸਤ ਸਨ, ਵਧੀਆ ਨਿਭੀ ਗਈ ਉਹਨਾਂ ਦੀ। ਨੌਜਵਾਨ ਅਵਸਥਾ ਹੁੰਦੀ ਆ, ਉਹ 'ਚ ਜੋਸ਼ ਵੀ ਹੁੰਦਾ, ਸਾਰੀਆਂ ਚੀਜ਼ਾਂ ਹੀ ਹੁੰਦੀਆਂ ਉਦੋਂ ਬੰਦੇ ਕੋਲੇ। ਇੱਕ ਦਿਨ ਲੜ ਪਏ ਉਹ, ਇੱਕ ਦੋਸਤ ਨੇ ਦੂਜੇ ਨੂੰ ਥੱਪੜ ਮਾਰਿਆ, ਕਿਸੇ ਗੱਲੋਂ ਵਿਗੜ ਗਈ ਉਹਨਾਂ ਦੀ, ਹੋ ਹੀ ਜਾਂਦਾ ਇਹ ਆਮ ਗੱਲਾਂ। ਉਹ ਦੂਜਾ ਦੋਸਤ ਬਹੁਤ ਸਿਆਣਾ ਸੀ, ਜਿਹਦੇ ਥੱਪੜ ਮਾਰਿਆ ਨਾ, ਉਹਨੇ ਉਸ ਗੱਲ ਨੂੰ ਜਾ ਕੇ ਮਿੱਟੀ 'ਤੇ ਲਿਖਿਆ ਕਿ ਮੇਰੇ ਦੋਸਤ ਨੇ ਅੱਜ ਮੈਨੂੰ ਥੱਪੜ ਮਾਰਿਆ। ਮਿੱਟੀ 'ਤੇ ਲਿਖਿਆ। ਦੂਜੇ ਨੇ ਵੇਖਿਆ ਕਿ ਇਹ ਮਿੱਟੀ 'ਤੇ ਲਿਖ ਰਿਹਾ, ਉਹਨੇ ਵੇਖਿਆ, ਪੜ੍ਹ ਲਿਆ ਕਿ ਉਹਨੇ ਲਿਖਿਆ ਹੀ ਇਹ ਆ। ਅੱਗੇ ਵੱਧਦੇ ਆ ਅਤੇ ਅੱਗੇ ਜਾਂਦੇ ਆ, ਅਤੇ ਉਹੀ ਜਿਹਦੇ ਥੱਪੜ ਮਾਰਿਆ ਸੀ ਉਹ ਡੁੱਬਣ ਲੱਗਦਾ ਜਦੋਂ ਨਦੀ 'ਚ ਜਾਂਦੇ ਇਸ਼ਨਾਨ ਕਰਨ ਲਈ, ਨਹਾਉਣ ਲਈ। ਅਤੇ ਜਦੋਂ ਡੁੱਬਣ ਲੱਗਦਾ, ਜਿਹਨੇ ਥੱਪੜ ਮਾਰਿਆ ਅਤੇ ਉਹ ਦੋਸਤ ਸੀਗੇ, ਚਲੋ ਝਗੜਾ ਹੋਈ ਜਾਂਦਾ, ਉਹਨੇ ਬਚਾ ਲਿਆ, ਉਹਨੂੰ ਜਾਨ ਬਚਾ ਲਈ। ਫਿਰ ਉਹਨੇ ਬਾਹਰ ਆ ਕੇ ਮੇਰੇ ਦੋਸਤ ਨੇ ਮੇਰੀ ਜਾਨ ਬਚਾਈ, ਉਹਨੂੰ ਪੱਥਰ 'ਤੇ ਲਿਖਿਆ। ਹੁਣ ਉੱਥੇ ਉਹ ਦੋਸਤ ਪੁੱਛਦਾ ਜਿਹਨੇ ਥੱਪੜ ਮਾਰਿਆ ਅਤੇ ਜਾਨ ਬਚਾਈ, ਅਤੇ ਕਿ ਤੂੰ ਇਹ ਜਦੋਂ ਮੈਂ ਤੇਰੇ ਥੱਪੜ ਮਾਰਿਆ ਤੂੰ ਉਦੋਂ ਮਿੱਟੀ 'ਤੇ ਲਿਖਿਆ ਕੁਝ, ਜਦੋਂ ਜਾਨ ਬਚਾਈ ਉਦੋਂ ਪੱਥਰ 'ਤੇ ਲਿਖਿਆ, ਇਹਦਾ ਕਾਰਨ ਕੀ ਆ? ਉਹ ਕਹਿਣ ਲੱਗਾ, ਅਸਲ ਦੇ ਵਿੱਚ ਗੱਲ ਇਹ ਆ, ਜੇ ਤੁਹਾਡਾ ਕੋਈ ਬੁਰਾ ਕਰ ਜੇ, ਉਹਨੂੰ ਹਮੇਸ਼ਾ ਮਿੱਟੀ 'ਤੇ ਹੀ ਲਿਖੋ। ਉਹਦਾ ਕਾਰਨ ਇਹ ਆ, ਮਾਫੀ ਦੀਆਂ ਹਵਾਵਾਂ ਵਗਣ ਅਤੇ ਉਹਨੂੰ ਉਡਾ ਕੇ ਲੈ ਜਾਣ, ਖਤਮ ਹੋ ਜਾਏ ਉਹ ਚੀਜ਼, ਤੁਸੀਂ ਕਿਸੇ ਨੂੰ ਮਾਫ ਕਰ ਸਕੋ। ਮਾਫੀ ਦੀ ਹਵਾ ਵਗੇ ਅਤੇ ਉਹ ਖਤਮ ਹੋ ਜਾਏ, ਚੇਤੇ ਨਾ ਰਵੇ। ਉਹ ਪੁਰਾਣਾ ਰਿਸ਼ਤਾ, ਰਹਿਮਨ ਧਾਗਾ ਪ੍ਰੇਮ ਕਾ, ਮਤ ਤੋਰੋ ਝਟਕਾਏ, ਟੂਟੇ ਤੋਂ ਫਿਰ ਨਾ ਜੁਰੇ, ਜੁਰੇ ਗਾਂਠ ਪੜ ਜਾਏ। ਕਿਉਂਕਿ ਬੰਦਾ ਭੁੱਲਦਾ ਨਹੀਂ ਉਹ ਚੀਜ਼ਾਂ ਨੂੰ, ਤਾਂ ਨਹੀਂ ਉਹ ਗੰਢ ਜਿਹੜੀ ਆ ਦੁਬਾਰਾ ਜੁੜਦੀ ਸਹੀ। ਜੇ ਭੁਲਾ ਦੂੰ ਸਹੀ ਹੋ ਜੂ ਰਿਸ਼ਤਾ। ਰਿਸ਼ਤੇ ਵਿੱਚ ਹੋਏ ਐਕਸੀਡੈਂਟ ਦਾ ਕਲੇਮ ਨਹੀਂ ਮਿਲਦਾ ਹੁੰਦਾ। ਰਿਸ਼ਤਿਆਂ ਵਿੱਚ ਜਿਹੜੇ ਐਕਸੀਡੈਂਟ ਹੋ ਜਾਂਦੇ ਆ, ਟੁੱਟ ਭੱਜ ਹੋ ਜਾਂਦੀ ਹੈ, ਉਹਦਾ ਕਲੇਮ ਨਹੀਂ ਮਿਲਦਾ ਕਦੇ। ਬੰਦਾ ਉੱਥੇ ਆ ਹੀ ਨਹੀਂ ਸਕਦਾ, ਰਿਵਰਸ ਉਵੇਂ ਹੋਇਆ ਨਹੀਂ ਜਾਂਦਾ, ਕਿਉਂਕਿ ਬੰਦਾ ਭੁਲਾਉਂਦਾ ਨਹੀਂ। ਉਹ ਕਹਿੰਦਾ ਮੈਂ ਮਿੱਟੀ 'ਤੇ ਲਿਖਤਾ ਵੀ ਇਹ ਮਿਟ ਜਾਵੇ, ਮੈਨੂੰ ਚੇਤੇ ਨਾ ਰਵੇ ਤੂੰ ਮੈਨੂੰ ਮਾਰਿਆ ਸੀ। ਪੱਥਰ 'ਤੇ ਮੈਂ ਤਾਂ ਲਿਖਿਆ, ਮੈਨੂੰ ਚੇਤੇ ਰਵੇ ਤੇਰਾ ਗੁਣ, ਤੇਰਾ ਪਰਉਪਕਾਰ, ਤੂੰ ਮੈਨੂੰ ਬਚਾਇਆ ਸੀ। ਦੇਖਣ ਨੂੰ ਲੱਗਦਾ ਇਹ ਕਹਾਣੀ ਆ, ਗੱਲ ਬਹੁਤ ਚੰਗੀ ਆ। ਇਹ ਚੰਗੀਆਂ ਚੀਜ਼ਾਂ ਨੂੰ ਹਮੇਸ਼ਾ ਪੱਥਰ 'ਤੇ ਲਿਖੋ, ਮਿਟਣ ਨਾ। ਕਿਸੇ ਦੇ ਕੀਤੇ ਗੁਣ ਨੂੰ ਯਾਦ ਰੱਖੋ, ਕਿਸੇ ਦੇ ਕੀਤੇ ਬੁਰੇ ਵਿਵਹਾਰ ਨੂੰ ਮਿੱਟੀ 'ਤੇ ਲਿਖੋ।
कि तुसीं भुल जावो कि उहने तुहाडे नाल कीता सी। जे वो याद रह गया फिर गल नहीं बनेगी। रोजाना साखी जिहड़ी सुणदे आ, वो भी आप जी सरवण करो। दुनिया नूं तारदे होए समेर पर्वत ते सोहणिਆਂ दे सुल्तान गए, नाल भाई मरदाना जी सन। भंगर नाथ ने तारे तोड़ के दिखाए। जादू सीगा, जादू जिवें हुंदा हो के भी नहीं हुंदा, देखण नूं लग रिहा सी, प्रभाव पाया। बह गया फिर जदों महाराज दे विचार सुने, हुण सोझी आ गई। पेश ना गईया काई, पेश नहीं उहदी गई, दूजा सिद्ध उठिया। गोरख तो आग्या लई नाम सी हनीवा। हनीवा सिद्ध उठिया, कहण लगा कौन हो तुसीं? ये साधु हो कि गृहस्थी हो? जोगियां वाले कपड़े पाया करो, कन्नां च मुंदरां पाया करो, सिर मनवाया करो, साडे पंथ च आ जाओ। गुरु बाबा साहिब जी, गुरु नानक जी का हुण समझाउण दा तरीका तां जी कह के ही आ, ये आपां पहिलां भी आख्या। वो ये कह के तां समझाउंदे ही नहीं, कहंदे नाथ जी बह जाओ, पहिलां आपां गल करदे हां, तुसीं इदां ना भखो ना, आराम ना बह जाओ, बैठे। कहण लगे तुहानूं पता तुहाडा जीवन किदां दा? पहिलां तुसीं शिकारी सी, शिकार खेडण गए, बहुत जीआं नूं मारिया, जीआं नूं मारिया, रस्ते च गोरख मिलिया। गोरख ने कहा ਇਹ ਕੀ ਕਰਦਾ ਤੂੰ? ਜੀਆਂ ਨੂੰ ਮਾਰਦਾ, ਹਿਰਨਾਂ ਨੂੰ ਮਾਰਦਾ, ਪੰਛੀਆਂ ਨੂੰ ਮਾਰਦਾ, ਠੀਕ ਕਰ ਆਪਦਾ ਜੀਵਨ। ਗੋਰਖ ਦੇ ਪ੍ਰਭਾਵ ਹੇਠ ਆ ਕੇ ਤੂੰ ਨਾਥ ਬਣ ਗਿਆ। ਉਹਨੇ ਤੇਰੇ ਵਾਲ ਕੱਟ ਦਿੱਤੇ, ਸਿਰ ਮੁੰਨ ਦਿੱਤਾ, ਕੰਨ ਪਾੜ ਕੇ ਤੇਰੇ ਕੰਨਾਂ 'ਚ ਮੁੰਦਰਾਂ ਪਾ ਦਿੱਤੀਆਂ, ਸਰੀਰ ਤੇ ਤੇਰੇ ਸਵਾਹ ਮਲ ਦਿੱਤੀ। ਪਿੱਪਲ ਹੇਠ ਬੈਠ ਕੇ ਸਾਰੀ ਵਾਰਤਾ ਹੋਈ ਸੀ। ਜਦੋਂ ਬਾਬੇ ਨੇ ਉਹਦੇ ਪਿਛਲੇ ਜੀਵਨ ਬਾਰੇ ਕਿਹਾ, ਉਹ ਕਹਿਣ ਲੱਗਾ ਇਹ ਆਮ ਨਹੀਂ ਕੋਈ। ਉੱਥੇ ਉਹਨੂੰ ਪਤਾ ਲੱਗਾ, ਪਹਿਲਾਂ ਨਿਆਣਾ ਹੀ ਸਮਝਿਆ ਗੁਰੂ ਬਾਬੇ ਨਾਨਕ ਨੂੰ, ਆਪਦੀਆਂ ਉਮਰਾਂ ਵਧਾ ਲਈਆਂ ਸੀ। ਰੋਕ ਕੇ ਕਹਿਣ ਲੱਗੇ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ। ਹਨੀਵਾ ਜੋਗੀ ਨੂੰ ਕਿਹਾ, ਜਿਹੜਾ ਨਾਥ ਸੀਗਾ, ਹਨੀਵਾ ਜੀ ਮਨ ਤਾਂ ਮੁੰਨਿਆ ਨਹੀਂ ਗਿਆ, ਕੇਸ ਮਨਾ ਕੇ ਬਹਿ ਗਏ ਹੋ। ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡਿਆ ਜਾਏ। ਕੀਤਾ ਤਾਂ ਸਾਰਾ ਕੁਝ ਮੰਨਦੇ ਆ, ਕੇਸ ਤੁਸੀਂ ਮਨਾ ਕੇ ਕਹਿਤਾ ਅਸੀਂ ਨਾਥ ਹੋ ਗਏ, ਮੁੰਨਣਾ ਸੀ ਤਾਂ ਮਨ ਨੂੰ ਮੰਨਦੇ। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ। ਰੱਬ ਦੀ ਦਿੱਤੀ ਹੋਈ ਦਾਤ ਨੂੰ ਕਤਲ ਕਰਵਾ ਦਿੱਤਾ, ਮਨ ਉਵੇਂ ਪਿਆ। ਕੇਸ ਕਹਤੇ ਪੱਟ ਕੇ ਮਨਾ ਕੇ ਬਹਿ ਗਏ ਹੋ ਕਿ ਹੁਣ ਅਸੀਂ ਮੋਨੀ ਬਣ ਗਏ, ਇਵੇਂ ਥੋੜ੍ਹੀ ਹੁੰਦਾ। ਹਨੀਵਾ ਹੱਥ ਜੋੜ ਕੇ ਕਹਿਣ ਲੱਗਾ ਵਾਕਈ ਧੰਨ ਨਾਨਕ ਤੇਰੀ ਵੱਡੀ ਕਮਾਈ, ਸੱਚੀ ਬਹੁਤ ਵੱਡੀ ਕਮਾਈ ਆ। ਮਨ ਪੜ੍ਹ ਲਿਆ, ਮੇਰਾ ਪਿਛਲਾ ਜੀਵਨ ਦੱਸਤਾ, ਵਾਕਈ ਮੈਂ ਇੱਦਾਂ ਨਾਥ ਬਣਿਆ। ਪੰਛੀਆਂ ਨੂੰ, ਜਾਨਵਰਾਂ ਨੂੰ ਮਾਰਦਾ ਸੀ, ਗੋਰਖਨਾਥ ਮਿਲਿਆ, ਉਹਨੇ ਕਿਹਾ ਤੂੰ ਕੀ ਕਰੀ ਜਾਨਾ, ਇੱਧਰ ਆ ਸਾਡੇ ਪੰਥ 'ਚ ਜੋਗੀ ਬਣ ਜਾ। ਕੰਨ ਪਾੜ ਕੇ ਮੇਰੇ ਵਿੱਚ ਮੁੰਦਰਾਂ ਪਾ ਦੀਆਂ, ਇੱਕ ਸੋਟੀ ਦੇਤੀ, ਪਸਮ ਮਲਤੀ, ਮੈਂ ਵੀ ਇਹਨਾਂ ਨਾਲ ਇੱਥੇ ਆ ਕੇ ਬਹਿ ਗਿਆ। ਇੱਦਾਂ ਫਿਰ ਹਨੀਵਾ ਸਿੱਧ ਦੀ ਵਿਚਾਰ ਹੋਈ ਆ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਣ ਆਈ। ਗੁਰੂ ਪਿਆਰੀ ਸੰਗਤ ਜੀ, ਇਸ ਤਰ੍ਹਾਂ ਜੇ ਕਿਸੇ ਦੇ ਅੰਦਰ ਵਿਕਾਰ ਖਤਮ ਹੋਏ ਆ, ਉਹ ਗੁਰੂ ਦੀ ਕਿਰਪਾ ਹੋਈ ਸੀ। ਹਨੀਵਾ ਸਿੱਧ ਤੇ ਉਹ ਗੁਰੂ ਵਾਲਾ ਬਣਿਆ, ਉਹਨੇ ਮੱਥਾ ਟੇਕਿਆ ਗੁਰੂ ਜੀ ਨੂੰ। ਤਾਂ ਇਹੀ ਆ ਬਚਨ ਜਿਹੜਾ ਆਪਾਂ ਅੱਜ ਸਾਂਝ ਪਾਈ ਆ, ਬਲ ਤੇ ਬੁੱਧੀ ਦਾ ਦਾਤਾ, ਕਰਤੇ ਪੁਰਖ ਨੂੰ ਜਾਣਨਾ। ਜੇ ਜ਼ੋਰ ਆ ਤੁਹਾਡੇ 'ਚ, ਕਹਿਣਾ ਵਾਹਿਗੁਰੂ ਦਾ ਬਖਸ਼ਿਆ ਹੈ। ਅਕਲ ਆ ਤੁਹਾਡੇ ਕੋਲ, ਕਹਿਣਾ ਵਾਹਿਗੁਰੂ ਦੀ ਬਖਸ਼ੀ ਹੈ, ਫੇਰ ਤਾਂ ਸਿੱਖ ਹੈਗੇ ਹੋ। ਜੇ ਕਹਿਣਾ ਇਹ ਸਭ ਮੇਰਾ ਹੀ ਆ, ਫਿਰ ਤੁਸੀਂ ਹੋਰ ਤਾਂ ਕੁਝ ਹੋ ਸਕਦੇ ਹੋ, ਪਰ ਗੁਰੂ ਦੇ ਸਿੱਖ ਨਹੀਂ ਹੋ ਸਕਦੇ। ਭੁੱਲ ਚੁੱਕ ਦੀ ਖਿਮਾ। ਗੁਰੂ ਮਹਾਰਾਜ ਕਿਰਪਾ ਕਰਨ, ਕੀਤੀ ਵਿਚਾਰ ਹਿਰਦਿਆਂ 'ਚ ਵਸੇ ਜੀ, ਉਹਦੇ ਹੋ ਕੇ ਖੁਰਜੀਏ, ਬਸ ਇਹੀ ਦੁਆ ਹੈ। ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ